ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ, ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਕੌਤਕ ਕੀਤੇ ਹਨ ਜੀ। ਆਓ ਰੋਜ਼ ਦੇ ਦੀਵਾਨਾਂ ਵਾਂਗ ਹੀ ਉਹਨਾਂ ਦੀ ਕਥਾ ਸਰਵਣ ਕਰੀਏ। ਜਦੋਂ ਬਾਬਾ ਸ਼੍ਰੀ ਚੰਦ ਜੀ ਫੇਰ ਇੱਕ ਵਾਰ ਕਰਤਾਰਪੁਰ ਸਾਹਿਬ ਆਏ ਆ, ਉੱਥੇ ਕੀ ਕੀ ਵਾਪਰਿਆ। ਬਾਰਠ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬਹੁਤ ਸਾਲ ਰਹੇ। ਆਪ ਜੀ ਜਾਣਦੇ ਹੋ, ਪਿਛਲੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਹੈ। ਬਾਬਾ ਸ਼੍ਰੀ ਚੰਦ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪ੍ਰੇਮੀ ਦਰਸ਼ਨ ਦਾਸ ਜੀ ਕਿਸ ਤਰ੍ਹਾਂ ਚਲਾਣਾ ਕਰ ਗਏ। ਬਹੁਤ ਕਿਰਪਾ ਹੋ ਗਈ। ਜਪਜੀ ਸਾਹਿਬ ਦਾ ਪਾਠ ਕਰਦੇ। ਇਸ ਤਰ੍ਹਾਂ ਦੇ ਅਜੀਬ ਕੌਤਕ ਬਾਬਾ ਜੀ ਨੇ ਧੂਣੇ ਵਿੱਚੋਂ ਲੱਕੜ ਕੱਢ ਕੇ ਹਰੀ ਕਰ ਦੇਣੀ। ਬੜੇ ਚਮਤਕਾਰ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੇ ਹਨ ਜੀ। ਇਸ ਤਰ੍ਹਾਂ ਹੀ ਜਦੋਂ ਬਾਬਾ ਜੀ ਦੇ ਭਰਾ ਬਾਬਾ ਲਖਮੀ ਚੰਦ ਜੀ ਪ੍ਰਲੋਕ ਗਮਨ ਕਰੇ, ਉਹਨਾਂ ਦੇ ਕਰਨ ਤੋਂ ਬਾਅਦ ਬਾਬਾ ਜੀ ਨੇ ਕਰਤਾਰਪੁਰ ਸਾਹਿਬ ਇੱਕ ਵਾਰ ਛੱਡ ਦਿੱਤਾ ਸੀ। ਕੁਝ ਸਮਾਂ ਗਾਲੜੀ ਵਸੇ ਆ, ਫਿਰ ਬਾਰਠ ਆ ਗਏ ਸੀ, ਉੱਥੇ ਪੱਕੇ ਡੇਰੇ ਲਾਏ ਆ। ਇਸ ਅਰਸੇ ਵਿੱਚ ਥੋੜ੍ਹੇ ਥੋੜ੍ਹੇ ਦਿਨਾਂ ਵਾਸਤੇ ਕਦੇ ਕਦੇ ਬਾਹਰ ਵੀ ਚਲੇ ਜਾਂਦੇ, ਦੁਨੀਆ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਜੋ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਹਨਾਂ ਨੂੰ ਉਪਦੇਸ਼ ਕੀਤਾ ਗਿਆ ਸੀ। ਤੁਸੀਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਹੈ, ਹੋਰਾਂ ਨੂੰ ਵੀ ਇਹ ਸਿੱਖਿਆ ਦੇਣੀ ਹੈ। ਤਾਂ ਮਹਾਰਾਜ ਜੀ ਦੀ ਕਿਰਪਾ ਨਾਲ ਬਾਬਾ ਸ਼੍ਰੀ ਚੰਦ ਜੀ ਧਾਰਮਿਕ ਪੁਸਤਕਾਂ ਦਾ ਅਧਿਐਨ ਕਰਦੇ, ਸਮਾਧੀਆਂ ਵੀ ਲਾਉਂਦੇ, ਅੱਖਾਂ ਮੀਟ ਕੇ ਕਈ ਘੰਟੇ ਤਪ ਵੀ ਕਰਦੇ। ਪਰ ਉਹਨਾਂ ਨੇ ਉਦੋਂ ਪੱਕਾ ਨਿਵਾਸ ਬਾਰਠ ਰੱਖਿਆ ਸੀ, ਕਦੇ ਕਦੇ ਬਾਹਰ ਚਲੇ ਜਾਂਦੇ ਸੀ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਆਏ ਆ ਦਰਸ਼ਨ ਪਰਸਨ ਵਾਸਤੇ, ਉਦੋਂ ਬੜਾ ਸਤਿਕਾਰ ਕੀਤਾ। ਸੁਖਮਣੀ ਸਾਹਿਬ ਦੇ ਪਾਠ ਦੀ ਮਹਿਮਾ ਵੀ ਦੱਸੀ ਆ। ਆਖਿਆ ਨੂੰ ਸੰਪੂਰਨ ਵੀ ਕਰੋ, ਸਾਰਿਆਂ ਦਾ ਹੀ ਭਲਾ ਹੋਵੇਗਾ। 24 ਅਸ਼ਟਪਦੀਆਂ, 24 ਸ਼ਲੋਕ ਤੇ 24,000 ਅੱਖਰ ਲਗਭਗ ਹੋਣਗੇ, ਤੇ 24,000 ਜਿਹੜੇ ਸਵਾਸ ਆਉਂਦੇ ਆ ਬੰਦੇ ਨੂੰ, ਇਹ ਹਰ ਰੋਜ਼ ਇਹ ਸਫਲ ਹੋ ਜਾਇਆ ਕਰਨਗੇ। ਇਹ ਗੁਰੂ ਅਰਜਨ ਦੇਵ ਜੀ ਨੇ ਕੁਝ ਮਾਇਆ ਇਹ ਭੇਟ ਦੇ ਤੌਰ ਤੇ ਇਹਨਾਂ ਨੂੰ ਦਿੱਤੀ ਆ, ਤੇ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ ਉਹਦੇ ਬਾਬਤ ਵੀ ਗੱਲ ਕੀਤੀ। ਤੇ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਵੀ ਤੁਸੀਂ ਐਡਾ ਵੱਡਾ ਕਾਰਜ ਕਰ ਰਹੇ ਹੋ, ਇਹ ਕਾਰਜ ਤੁਸੀਂ ਹੀ ਕਰ ਸਕਦੇ ਸੀ। ਇੱਥੇ ਆਪਾਂ ਨੂੰ ਪਤਾ ਲੱਗਦਾ ਕਿ ਬਾਬਾ ਸ਼੍ਰੀ ਚੰਦ ਜੀ, ਉਹਨਾਂ ਦਾ ਕਿੰਨਾ ਪਿਆਰ ਸੀ ਗੁਰੂ ਘਰ ਦੇ ਨਾਲ। ਕਿੰਨੇ ਖੁਸ਼ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪੋਥੀ ਸਾਹਿਬ ਦੀਆਂ ਬਾਣੀਆਂ ਨੂੰ ਇੱਕੋ ਜਗ੍ਹਾ ਇੱਕੋ ਗ੍ਰੰਥ ਵਿੱਚ ਲਿਖਿਆ ਜਾਵੇਗਾ, ਮਿਲਾਵਟ ਨਹੀਂ ਕੋਈ ਕਰ ਪਾਵੇਗਾ। ਮਿਹਰਵਾਨ ਵਰਗਾ, ਪ੍ਰਿਥੀ ਚੰਦ ਵਰਗਾ ਕੋਈ ਗੁਰੂ ਘਰ ਦਾ ਦੋਖੀ। ਬੜੇ ਪ੍ਰਸੰਨ ਹੋਏ ਸੀ। ਤਾਂ ਇੱਥੋਂ ਹੀ ਪਤਾ ਲੱਗਦਾ ਕਿ ਉਹਨਾਂ ਦਾ ਗੁਰੂ ਘਰ ਨਾਲ ਪ੍ਰੇਮ ਸੀਗਾ। ਉਹ ਵੀ ਚਾਹੁੰਦੇ ਸੀ ਸਿੱਖੀ ਦਾ ਪ੍ਰਚਾਰ ਹੋਵੇ। ਕਈ ਵਾਰ ਅਸੀਂ ਕੁਝ ਅਣਾਈਆਂ ਗੱਲਾਂ ਕਰ ਦਿੰਦੇ ਹਾਂ ਆਪਦੇ ਮਨ ਵੱਲੋਂ ਬਣਾ ਕੇ ਵੀ ਇਸ ਤਰ੍ਹਾਂ ਤਾਂ ਉਹਨਾਂ ਨੇ ਗੁਰੂ ਘਰ ਦੇ ਨਾਲ ਵਿਰੋਧ ਕੀਤਾ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਤਾਂ ਇਸ ਤਰ੍ਹਾਂ ਜਦੋਂ ਕਈ ਸਾਲ ਬੀਤ ਗਏ ਆ, ਬਾਰਠ ਤੋਂ ਚੱਲ ਕੇ ਮੁੜ ਰਾਵੀ ਕੰਢੇ ਕਰਤਾਰਪੁਰ ਸਾਹਿਬ ਆ ਕੇ ਭਾਗ ਲਾਏ ਆ ਬਾਬਾ ਸ਼੍ਰੀ ਚੰਦ ਜੀ ਨੇ। ਇਹ ਕਰਤਾਰਪੁਰ ਬਾਬਾ ਨਾਨਕ ਜੀ ਨੇ ਵਸਾਇਆ ਸੀਗਾ। ਇੱਥੇ ਆ ਕੇ ਆਪਣੇ ਮਾਤਾ ਪਿਤਾ ਜੀ ਜੋ ਅਸਥਾਨ ਬਣੇ ਹੋਏ ਸੀ ਉੱਥੇ ਮੱਥਾ ਟੇਕਿਆ। ਬਾਬਾ ਨਾਨਕ ਜੀ ਜਿੱਥੇ ਜੋਤੀ ਜੋਤ ਸਮਾ ਗਏ ਸੀ, ਉਹਨਾਂ ਦਾ ਸਰੀਰ ਨਹੀਂ ਸੀ ਮਿਲਿਆ। ਉੱਥੇ ਚਾਦਰ ਦੇ 2 ਟੁਕੜੇ ਕਰ ਦਿੱਤੇ ਸੀ। ਹਿੰਦੂ ਮੁਸਲਮਾਨ ਦੋਨਾਂ ਵਿੱਚ ਝਗੜਾ ਹੋ ਗਿਆ ਸੀਗਾ। ਉਹ ਕਹਿੰਦੇ ਸੀ ਹਿੰਦੂ ਵੀਰ ਅਸੀਂ ਇਹਨਾਂ ਦਾ ਦਾਹ ਸੰਸਕਾਰ ਕਰਾਂਗੇ, ਮੁਸਲਮਾਨ ਕਹਿੰਦੇ ਨਹੀਂ, ਇਹ ਸਾਡੇ ਪੀਰ ਹਨ ਬਾਬਾ ਨਾਨਕ ਸ਼ਾਹ ਫਕੀਰ, ਅਸੀਂ ਇਹਨਾਂ ਨੂੰ ਦਫਨਾਵਾਂਗੇ। ਤੇ ਜਦੋਂ ਉਹਨਾਂ ਨੇ ਚਾਦਰ ਚੁੱਕ ਕੇ ਦੇਖੀ
ਕਿਸੇ ਮਹਾਂਪੁਰਖ ਨੇ ਆਖਿਆ, ਜਿਹਦੀ ਖਾਤਰ ਲੜ ਰਹੇ ਹੋ ਪਹਿਲਾਂ ਚਾਦਰ ਤਾਂ ਚੁੱਕ ਕੇ ਦੇਖੋ ਉੱਥੇ ਕੀ ਆ। ਸਰੀਰ ਗੁਰੂ ਨਾਨਕ ਸਾਹਿਬ ਜੀ ਦਾ ਨਹੀਂ ਸੀ, ਫੁੱਲ ਸੀ ਤੇ ਉਹ ਚਾਦਰ ਸੀ। ਉਹਨਾਂ ਮੂਰਖਾਂ ਨੇ ਚਾਦਰ ਦੇ 2 ਟੁਕੜੇ ਕਰਕੇ ਤੇ ਵੱਖ-ਵੱਖ ਸਥਾਨ ਬਣਾਏ ਸੀ। ਰਾਵੀ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਈ। ਰਾਵੀ ਦਾ ਪਾਣੀ ਚੜ੍ਹ ਕੇ ਆਇਆ। ਰਾਵੀ ਦਾ ਕੰਢਾ ਜਿਹੜਾ ਸੀ, ਉਹ ਜਿਹੜੀ ਮੁਸਲਮਾਨਾਂ ਨੇ ਕਬਰ ਬਣਾਈ ਸੀਗੀ ਤੇ ਉਹ ਵੀ ਨਾਲ ਹੀ ਵਹਾ ਕੇ ਲੈ ਗਿਆ, ਤੇ ਹਿੰਦੂਆਂ ਨੇ ਮੰਦਿਰ ਬਣਾਇਆ ਸੀ ਚਾਦਰ ਦਾ ਸੰਸਕਾਰ ਕਰਕੇ, ਉਹ ਵੀ ਵਹਾ ਕੇ ਲੈ ਗਿਆ। ਇਸ ਤਰ੍ਹਾਂ ਇੱਥੇ ਫਿਰ ਦੁਬਾਰਾ ਇਹਨਾਂ ਨੇ ਮੁੜ ਸਥਾਪਿਤ ਕਰਤੀ ਸੀ। ਚਲੋ, ਤੇ ਇੱਥੇ ਫਿਰ ਬਾਬਾ ਸ੍ਰੀ ਚੰਦ ਜੀ ਆਏ ਆ। ਉਹਨਾਂ ਨੇ ਮੱਥਾ ਟੇਕਿਆ ਤੇ ਪ੍ਰਸ਼ਾਦ ਵਰਤਾਇਆ, ਤੇ ਉੱਥੇ ਪੂਜਾ ਜਿਹੜੀ ਅਸਥਾਨ ਦੀ ਮਰਿਆਦਾ ਸੀ ਉਹ ਕਾਇਮ ਰੱਖੀ ਆ। ਪਰ ਦੇਖਿਆ ਵੀ ਇੱਥੇ ਕੁਝ ਮਕਾਨ ਆ ਜਿਹੜੇ ਡਿੱਗ ਚੁੱਕੇ ਆ। ਬਾਬਾ ਜੀ ਨੇ ਨਵੇਂ ਸਿਰਿਓਂ ਬਣਵਾਏ। ਇੱਥੇ ਲੰਗਰ ਮਰਿਆਦਾ, ਕਥਾ, ਕੀਰਤਨ, ਇਹ ਸਾਰੀ ਮਰਿਆਦਾ ਫਿਰ ਤੋਂ ਬਾਬਾ ਸ੍ਰੀ ਚੰਦ ਜੀ ਨੇ ਹੀ ਆਰੰਭ ਕੀਤੀ ਸੀ। ਇੱਥੋਂ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਇੰਨੀ ਮਰਿਆਦਾ ਦਾ ਨਹੀਂ ਸੀ ਪਤਾ। ਇਹ ਬਾਬਾ ਸ੍ਰੀ ਚੰਦ ਜੀ ਹੀ ਸਨ ਜਿਨ੍ਹਾਂ ਨੇ ਆਪਣੇ ਪਿਤਾ ਜੀ ਬਾਬਾ ਨਾਨਕ ਜੀ ਦੇ ਵਸਾਏ ਨਗਰ ਤੇ ਫਿਰ ਆਉਣਾ ਕੀਤਾ। ਇੱਥੋਂ ਦੀ ਮਰਿਆਦਾ ਨਵੇਂ ਸਿਰਿਓਂ ਫਿਰ ਸ਼ੁਰੂ ਕੀਤੀ, ਪਰ ਮਰਿਆਦਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਲੰਗਰ ਮਰਿਆਦਾ, ਕਥਾ, ਕੀਰਤਨ, ਇਹ ਸਾਰੀਆਂ ਚੀਜ਼ਾਂ ਫਿਰ ਸ਼ੁਰੂ ਕੀਤੀਆਂ। ਫਿਰ ਆਪਣੇ ਭਤੀਜੇ ਧਰਮ ਚੰਦ ਜੀ ਨੂੰ ਤੇ ਉਹਦੀ ਜੋ ਪਤਨੀ ਸੀਗੀ, ਤੇ ਉਹਨਾਂ ਨੂੰ ਸਾਰੀ ਸੰਗਤ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਾ ਦਿੱਤੀ ਆ। ਭਾਈ ਕਮਲੀਆ ਜੀ ਦੇ ਨਾਲ ਆਪ ਟਾਹਲੀ ਹੇਠਾਂ ਆ ਕੇ ਨਿਵਾਸ ਕੀਤਾ। ਭਾਈ ਕਮਾਲੀਆ ਜੀ ਜਿਹੜੇ ਸਨ, ਇਹ ਕਮਲੀਆ ਜੀ ਬਾਬਾ ਜੀ ਤੋਂ 8 ਸਾਲ ਉਮਰ ਵਿੱਚ ਵੱਡੇ ਸੀਗੇ, ਪਰ ਬਾਲ ਸਿਖਾਈ ਸੇਵਕ ਸੀਗੇ। ਇਹਨਾਂ ਦਾ ਸਰੀਰ ਬਹੁਤ ਤਕੜਾ, ਪਹਿਲਵਾਨਾਂ ਜਿਹਾ ਸੀ। ਇਹ ਬਚਪਨ ਤੋਂ ਹੀ ਬਾਬਾ ਜੀ ਨੂੰ ਚੁੱਕ ਕੇ ਨਾ ਕਿਤੇ ਲੈ ਜਾਣ ਦੇ ਆਦੀ ਸੀਗੇ। ਇਉਂ ਕਹਿ ਲਓ, ਇਹਨਾਂ ਦੀ ਪਰਮੇਸ਼ਰ ਵੱਲੋਂ ਡਿਊਟੀ ਲੱਗੀ ਹੋਈ ਸੀ, ਜਿਸ ਲਈ ਹੁਣ ਤੱਕ ਦੂਰ ਦਰਾਡੇ ਜਾਣ ਵੇਲੇ ਰਾਹ ਵਿੱਚ ਕੁਝ ਪੈਂਡਾ ਬਾਬਾ ਜੀ ਨੂੰ ਮੋਢਿਆਂ ਉੱਤੇ ਜ਼ਰੂਰ ਬਿਠਾ ਕੇ ਲਿਜਾਇਆ ਕਰਦੇ। ਇਹ ਵੀ ਪੂਰੇ ਜਤੀ ਸਤੀ ਜਪੀ ਤਪੀ ਪੁਰਸ਼ ਸੀਗੇ ਬਾਬਾ ਕਮਲੀਆ ਜੀ। ਬਹੁਤ ਇਹਨਾਂ ਨੇ ਸ੍ਰੀ ਚੰਦ ਬਾਬਾ ਜੀ ਦਾ ਸਤਿਕਾਰ ਕੀਤਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇਸ ਤਰ੍ਹਾਂ ਬਾਣੀ ਵਿੱਚ ਬਚਨ ਆ ਵੀ ਜਦੋਂ ਵੀ ਕਿਸੇ ਆਪਣੇ ਉਸਤਾਦ ਦੀ ਸੇਵਾ ਕਰਨੀ ਹੈ, ਜਿਹਨੂੰ ਆਪਾਂ ਮੁਰਸ਼ਿਦ ਧਾਰ ਲਈਏ, ਦਿਲੋਂ ਕਰਨੀ ਚਾਹੀਦੀ ਹੈ। ਬੰਦੇ ਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ। ਇਸ ਤਰ੍ਹਾਂ ਇਹ ਬਾਬਾ ਸ਼੍ਰੀ ਚੰਦ ਜੀ ਗੁਰੂ ਘਰ ਦੀ ਸੇਵਾ ਬਹੁਤ ਪਿਆਰ ਨਾਲ ਕਰਦੇ, ਤੇ ਭਾਈ ਕਮਲੀਆ ਜੀ ਬਾਬਾ ਜੀ ਦੀ ਸੇਵਾ ਕਰਦੇ। ਇਹੀ ਚੀਜ਼ਾਂ ਹੁੰਦੀਆਂ ਨੇ। ਇਵੇਂ ਸਭ ਕੁਝ ਬੰਦੇ ਨੂੰ ਮਿਲ ਜਾਂਦਾ ਹੈ। ਸੱਚੀ ਬੰਦਗੀ, ਹਜ਼ੂਰੀ ਵਿੱਚ ਹਾਜ਼ਰ ਰਹਿਣਾ। ਤੇ ਇਸ ਤਰ੍ਹਾਂ ਕਈ ਤਾਂ ਕਹਿੰਦੇ ਸੀ ਜਿਵੇਂ ਹਨੂਮਾਨ ਜੀ ਹਰ ਵਕਤ ਸ਼੍ਰੀ ਰਾਮ ਚੰਦਰ ਜੀ ਦੇ ਪਾਸ ਹਾਜ਼ਰ ਰਹਿੰਦੇ ਸੀਗੇ, ਸੇਵਾ ਵਿੱਚ ਜੋ ਹੁਕਮ ਕਰਨਾ ਉਵੇਂ ਹੀ ਕਰ ਦੇਣਾ। ਬਿਲਕੁਲ ਇਸੇ ਤਰ੍ਹਾਂ ਹੀ ਇਹ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਭਾਈ ਕਮਲੀਆ ਜੀ ਹਾਜ਼ਰ ਰਹਿੰਦੇ ਸੀ। ਦੇਖੋ ਹਨੂਮਾਨ ਜੀ ਕਿਸ ਤਰ੍ਹਾਂ ਸੇਵਾ ਕਰਦੇ ਸੀ। ਸ਼੍ਰੀ ਰਾਮ ਚੰਦਰ ਜੀ ਤੇ ਲక్ష్మణ ਨੂੰ ਮੋਢਿਆਂ ਉੱਪਰ ਚੁੱਕ ਕੇ ਲਿਜਾਣ ਵੇਲੇ ਖੁਸ਼ ਹੁੰਦੇ ਸੀ ਨਾ, ਇਸੇ ਤਰ੍ਹਾਂ ਬਿਲਕੁਲ ਜਿਵੇਂ ਹਨੂਮਾਨ ਜੀ ਨੇ ਸੇਵਾ ਕੀਤੀ ਆ, ਸ਼੍ਰੀ ਰਾਮ ਜੀ ਨੂੰ ਰੱਬ ਰੂਪ ਸਮਝ ਕੇ ਸਭ ਕੁਝ ਆਪਣਾ ਤਿਆਗ ਦਿੱਤਾ, ਆਪਣੀ ਜ਼ਿੰਦਗੀ ਉਹਨਾਂ ਲੇਖੇ ਲਾ ਦਿੱਤੀ। ਤੇ ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਜੋ ਭਗਤ ਰਵਿਦਾਸ ਜੀ ਵੀ ਵਚਨ ਕਰਦੇ ਆ। ਇੱਦਾਂ ਹੀ ਬਿਲਕੁਲ ਭਾਈ ਕਮਲੀਆ ਜੀ ਵੀ ਕਰਦੇ। ਜਿਵੇਂ ਹਨੂਮਾਨ ਜੀ ਸੇਵਾ ਕਰਦੇ ਸੀ, ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਦੀ ਆਗਿਆ ਵਿੱਚ ਰਹਿੰਦੇ, ਲక్ష్మణ ਜੀ ਦੀ ਆਗਿਆ ਵਿੱਚ ਰਹਿੰਦੇ, ਮੋਢਿਆਂ ਤੇ ਚੁੱਕ ਕੇ ਲਿਜਾਣਾ, ਖੁਸ਼ ਹੋਣਾ, ਕਹਿਣਾ ਅੱਜ ਮੈਨੂੰ ਬੜੀ ਖੁਸ਼ੀ ਹੋਈ। ਸ਼੍ਰੀ ਰਾਮ ਚੰਦਰ ਜੀ ਦੀ ਵੀ ਬੜੀ ਪ੍ਰਸੰਨਤਾ ਹੁੰਦੀ ਸੀ, ਜੋ ਆਪਣੇ ਸਮੇਂ ਦੇ ਅਵਤਾਰੀ ਪੁਰਖ ਹੋਏ। ਸਤਯੁਗ ਦੇ ਆਪਣੇ ਅਵਤਾਰ ਆ, ਤ੍ਰੇਤੇ ਵਿੱਚ ਆਪਣੇ ਅਵਤਾਰ ਆ, ਵੱਖ-ਵੱਖ ਯੁੱਗਾਂ ਵਿੱਚ ਵਾਹਿਗੁਰੂ ਨੇ, ਅਕਾਲ ਪੁਰਖ ਨੇ ਅਵਤਾਰ ਧਾਰਨ ਕੀਤੇ ਆ। ਪਰ ਗੁਰੂ ਨਾਨਕ ਸਾਹਿਬ ਜੀ ਨੂੰ ਪੂਰਨ ਅਵਤਾਰ ਮੰਨਿਆ ਗਿਆ ਹੈ। ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਮਹਾਰਾਜ ਨੇ ਆਪ ਅਕਾਲ ਪੁਰਖ ਨੇ ਇਸ ਧਰਤੀ ਤੇ ਆਉਣਾ ਕੀਤਾ, ਦੁਨੀਆ ਦੇ ਲੋਕਾਂ ਨੂੰ ਤਾਰਿਆ। ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਫਿਰ ਕਰਤਾਰਪੁਰ ਸਾਹਿਬ ਆ ਕੇ 18 ਸਾਲ ਖੇਤੀ ਵੀ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਇਸ ਤਰ੍ਹਾਂ ਜਦੋਂ ਕਰਤਾਰਪੁਰ ਸਾਹਿਬ ਦੀ ਸੇਵਾ ਹੁਣ ਬਾਬਾ ਸ੍ਰੀ ਚੰਦ ਜੀ
ਆਪਣੇ ਉਹ ਭਤੀਜੇ ਤੋਂ ਕਰਵਾ ਰਹੇ ਹਨ ਤੇ ਨਾਲ ਆਪ ਵੀ ਲੱਗੇ ਹੋਏ ਆ। 2 ਸਾਲ ਬੀਤ ਗਏ। ਵਾਹਿਗੁਰੂ ਪਰਮੇਸ਼ਰ ਨੇ ਮਿਹਰ ਕੀਤੀ। ਆਪ ਜੀ ਦੇ ਭਤੀਜੇ ਦੇ ਘਰ ਦੇ ਵਿੱਚ ਇੱਕ ਸਾਹਿਬਜ਼ਾਦੇ ਨੇ ਸੰਮਤ 1657 ਦੇ ਵਿੱਚ ਜਨਮ ਲਿਆ। ਪਹਿਲੇ ਸਾਹਿਬਜ਼ਾਦੇ ਨੇ। ਭਤੀਜੇ ਧਰਮਚੰਦ ਦੇ ਘਰ ਜਦੋਂ ਸਾਹਿਬਜ਼ਾਦੇ ਨੇ ਜਨਮ ਲਿਆ, ਬਾਬਾ ਜੀ ਨੇ ਸਾਰੇ ਪ੍ਰੇਮੀਆਂ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ। ਫਿਰ ਬਾਬਾ ਜੀ ਨੇ ਸਭ ਕੁਝ ਦੇ ਜਨਮਾਂ ਦਾ ਲੇਖਾ ਜੋਖਾ ਕੀਤਾ, ਹਿਸਾਬ ਕਿਤਾਬ ਵੀ। ਬੱਚੇ ਨੇ ਜਨਮ ਲਿਆ। ਬਾਬਾ ਜੀ ਨੇ ਆਪ ਇਹਦਾ ਨਾਮ ਮੇਹਰ ਚੰਦ ਰੱਖਿਆ, ਜੋ ਗੁਰੂ ਨਾਨਕ ਸਾਹਿਬ ਜੀ ਦੀ ਵੰਸ਼ ਦਾ ਪਹਿਲਾ ਪੜਪੋਤਰਾ ਕਹਾਇਆ। ਦੇਖੋ ਜੀ, ਬਾਬਾ ਧਰਮਚੰਦ ਜੀ ਦੇ ਘਰ ਬਾਅਦ ਵਿੱਚ ਸ੍ਰੀ ਮੇਹਰ ਚੰਦ ਜੀ ਦੇ ਕੁਝ 6 ਸਾਲ ਬਾਅਦ ਮਾਨਕ ਚੰਦ ਦਾ ਜਨਮ ਹੋਇਆ, ਜੋ ਗੁਰੂ ਨਾਨਕ ਸਾਹਿਬ ਜੀ ਦਾ ਦੂਜਾ ਪੜਪੋਤਰਾ ਕਹਾਇਆ। ਮੇਰੇ ਕਹਿਣ ਦਾ ਭਾਵ ਇਹ ਆ, ਜਦੋਂ ਆਪਾਂ ਮਹਾਨ ਕੋਸ਼ ਨੂੰ ਪੜ੍ਹਦੇ ਹਾਂ, ਭਾਈ ਕਾਹਨ ਸਿੰਘ ਜੀ ਨਾਭਾ, ਉਹਨਾਂ ਨੇ ਲਿਖਿਆ ਕਿ ਮੇਹਰ ਚੰਦ ਬਾਬਾ ਧਰਮਚੰਦ ਜੀ ਦਾ ਪੁੱਤਰ ਸੀਗਾ। ਮਾਨਕ ਚੰਦ ਦਾ ਸਕਾ ਭਾਈ ਬਾਬਾ ਲਖਮੀ ਦਾਸ ਜੀ ਦਾ ਪੋਤਾ ਸੀਗਾ। ਤੇ ਮੰਨਿਆ ਜਾਂਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਤਮ ਗਿਆਨੀ ਧਰਮਵੀਰ ਸਿੱਖ ਸੀ ਉਦੋਂ ਇਹ, ਜਿਹਨੇ ਕਰਤਾਰਪੁਰ ਦੀ ਜੰਗ ਵਿੱਚ ਵੱਡੀ ਬਹਾਦਰੀ ਵੀ ਦਿਖਾਈ ਸੀ। ਮੇਹਰ ਚੰਦ ਨੇ ਗੁਰੂ ਘਰ ਦਾ ਸਾਥ ਦਿੱਤਾ, ਤਾਂ ਹੀ ਇਹਦਾ ਨਾਮ ਬਾਬਾ ਜੀ ਨੇ ਉਸ ਵਕਤ ਦੇਖੋ ਕਿੰਨਾ ਸੁੰਦਰ ਨਾਮ ਰੱਖਿਆ, ਮੇਹਰ ਚੰਦ। ਇਹ ਬਾਬਾ ਸ਼੍ਰੀ ਚੰਦ ਜੀ ਨੇ ਆਪ ਰੱਖਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਵੰਸ਼ ਆ। ਤੇ ਬਾਬਾ ਧਰਮਚੰਦ ਜੀ ਦੇ ਘਰ ਸਾਹਿਬਜ਼ਾਦਾ ਮੇਹਰ ਚੰਦ ਜੀ ਦਾ ਜਦੋਂ ਜਨਮ ਹੋਇਆ ਤਾਂ ਥੋੜੇ ਮਹੀਨਿਆਂ ਪਿੱਛੋਂ ਬਾਬਾ ਸ਼੍ਰੀ ਚੰਦ ਜੀ ਨੇ ਤੀਰਥ ਯਾਤਰਾ ਦੇ ਬਹਾਨੇ, ਤਾਂ ਇਹ ਬਹਾਨਾ ਹੁੰਦਾ ਮਹਾਂਪੁਰਖਾਂ ਦਾ, ਦੇਸ਼ ਨੂੰ ਸੁਧਾਰਨ ਵਾਸਤੇ ਚਾਲੇ ਪਾ ਦਿੱਤੇ ਆ। ਸ਼੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਆਪ ਜੀ ਪੱਛਮ ਵੱਲ ਹੋ ਤੁਰੇ ਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਤਰ੍ਹਾਂ ਵੱਖ-ਵੱਖ ਸਥਾਨਾਂ ਤੇ ਜਾਣਾ ਕੀਤਾ ਮਹਾਰਾਜ ਜੀ ਨੇ, ਤੇ ਪੰਜਾ ਸਾਹਿਬ ਵੀ ਗੁਰੂ ਸਾਹਿਬ ਜੀ ਗਏ ਆ। ਇੱਥੇ ਆ ਕੇ ਬਲੀ ਕੰਧਾਰੀ ਦਾ ਹੰਕਾਰ ਵੀ ਤੋੜਿਆ। ਕੁਝ ਮੁਸਲਮਾਨ ਪਠਾਨ ਹਿੰਦੂਆਂ ਨੂੰ ਤੰਗ ਕਰਦੇ ਸੀਗੇ। ਉਦੋਂ ਫਿਰ ਬਾਬਾ ਜੀ ਨੂੰ ਪਤਾ ਲੱਗਿਆ ਵੀ ਇਹ ਇਸ ਤਰ੍ਹਾਂ ਕਰ ਰਹੇ ਆ। ਇੱਥੋਂ ਦੇ ਹਾਕਮਾਂ ਤੇ ਦੂਜੇ ਲੋਕਾਂ ਨੂੰ ਪ੍ਰੇਮ ਦੀ ਜੁਗਤੀ ਨਾਲ ਸਮਝਾਇਆ ਵੀ ਭਾਈ ਇਹਨਾਂ ਹਿੰਦੂਆਂ ਉੱਤੇ ਇੰਨਾ ਜ਼ਬਰ ਜ਼ੁਲਮ ਨਾ ਕੀਤਾ ਜਾਏ। ਇਹ ਕਾਰਜ ਦੀ ਸਿੱਧੀ ਲਈ ਜੇ ਕਰਾਮਾਤ ਸ਼ਕਤੀ ਦੀ ਲੋੜ ਵੀ ਪਈ ਦਿਖਾਉਣ ਦੀ, ਸੰਕੋਚ ਨਹੀਂ ਕੀਤਾ, ਜਿਹਦੇ ਕਰਕੇ ਲੋਕਾਂ ਦੇ ਦਿਲਾਂ ਉੱਤੇ ਬਾਬਾ ਜੀ ਦਾ ਕਾਫੀ ਪ੍ਰਭਾਵ ਪੈ ਗਿਆ। ਬਹੁਤ ਸਾਰੇ ਹਿੰਦੂ, ਕਈ ਪਠਾਨ ਆਪ ਜੀ ਦੇ ਸ਼ਰਧਾਲੂ ਬਣੇ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਦੀ ਵੇਦੀ ਵੰਸ਼ ਜਿਹੜੀ ਹੈ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਕੇਸਾਧਾਰੀ ਸਹਿਜਧਾਰੀ ਰੂਪ ਦੇ ਵਿੱਚ ਵਿਚਰੇ ਹਨ। ਤੇ ਇਹ ਮਾਨਕ ਚੰਦ ਜੀ ਤੇ ਜਿਹੜੇ ਹਨ ਮੇਹਰ ਚੰਦ ਜੀ, ਗੁਰਮੁਖ ਪਿਆਰਿਓ, ਦੋਨੋਂ ਸਕੇ ਭਾਈ। ਪਹਿਲਾਂ ਮੇਹਰ ਚੰਦ ਜੀ ਦਾ ਜਨਮ ਹੋਇਆ, ਫਿਰ ਮਾਨਕ ਚੰਦ ਜੀ ਦਾ ਜਨਮ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਪੜਪੋਤਰੇ ਸਨ ਇਹ। ਬਾਬਾ ਲਖਮੀ ਦਾਸ ਜੀ ਦੇ ਪੋਤੇ ਸੀਗੇ। ਬਹੁਤ ਕਿਰਪਾ ਹੋ ਗਈ। ਤੇ ਇਹਨਾਂ ਨੇ ਫਿਰ ਗੁਰੂ ਘਰ ਦੇ ਸਥਾਨਾਂ ਦੀ ਅੱਗੇ ਸੇਵਾ ਵੀ ਕੀਤੀ। ਕਰਦੇ ਵੀ ਕਿਉਂ ਨਾ, ਦੇਖੋ ਜੀ, ਕਿਉਂਕਿ ਇਹ ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਨੂੰ ਸਿੱਖਿਆ ਹੀ ਇੱਦਾਂ ਦੀ ਦਿੱਤੀ ਆ। ਫਿਰ ਸਾਰੇ ਲੋਕ ਇਹਨਾਂ ਨੂੰ ਬੇਦੀ ਬਾਬੇ ਕਹਿਣ ਲੱਗ ਗਏ ਸੀ। ਬੇਦੀ ਬਾਬੇ ਸ਼ਬਦ ਦੇ ਨਾਲ ਇਹਨਾਂ ਨੂੰ ਸੰਬੋਧਨ ਕੀਤਾ ਜਾਣ ਲੱਗਾ ਵੀ ਇਹ ਮੇਹਰ ਚੰਦੀਏ ਜਾਂ ਮਾਨਕ ਚੰਦੀਏ ਜਾਂ ਬੇਦੀ ਬਾਬੇ, ਇਹਨਾਂ ਨੂੰ ਦੁਨੀਆ ਦੇ ਲੋਕ ਕਹਿਣ ਲੱਗੇ। ਇਹਨਾਂ ਨੇ ਕਰਤਾਰਪੁਰ ਸਾਹਿਬ ਰਹਿ ਕੇ ਸੇਵਾ ਕੀਤੀ। ਤੇ ਮਹਾਰਾਜ ਨੇ ਜਦੋਂ ਯੁੱਧਾਂ ਦਾ ਸਮਾਂ ਆਇਆ, ਇਹਨਾਂ ਨੇ ਉਸ ਵਕਤ ਸਾਥ ਵੀ ਦਿੱਤਾ ਗੁਰੂ ਪਾਤਸ਼ਾਹ ਜੀ ਦਾ। ਇਹ ਵੀ ਕੁਝ ਇਤਿਹਾਸਕਾਰ ਮੰਨਦੇ ਹਨ। ਤਾਂ ਗੁਰੂ ਪਿਆਰਿਓ, ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਨਵੀਆਂ ਧਰਮਸ਼ਾਲਾ ਬਣਵਾ ਕੇ ਦਿੱਤੀਆਂ। ਲੋਕਾਂ ਨੂੰ ਉੱਥੇ ਕਥਾ ਕੀਰਤਨ ਸਿਮਰਨ ਦੇ ਨਾਲ ਜੋੜਿਆ। ਬਾਬਾ ਜੀ ਇੱਕ ਜਗ੍ਹਾ ਟਿਕ ਜਾਂਦੇ, ਕਈ ਮਹੀਨੇ ਰਹਿੰਦੇ ਉੱਥੇ। ਤੇ ਕਦੇ ਕਾਬਲ ਵੱਲ ਨੂੰ ਜਾਣਾ, ਉੱਥੇ ਪ੍ਰੇਮੀਆਂ ਨੇ ਆ ਜਾਣਾ, ਉਹਨਾਂ ਨੂੰ ਆਖਣਾ ਭਾਈ ਨਾਮ ਸਿਮਰਨ ਕਰਿਆ ਕਰੋ। ਇਸ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਜਿਹੜੀ ਆ ਅਧੂਰੀ ਆ। ਜਿਹੜਾ ਸੁੱਖ ਤੁਸੀਂ ਚਾਹੁੰਦੇ ਹੋ ਵੀ ਸੁੱਖ ਮਿਲ ਜਾਵੇ, ਤੇ ਸੁੱਖ ਤੁਸੀਂ ਮੰਗਦੇ ਹੋ ਰੱਬ ਕੋਲੋਂ, ਪਰ ਹੁੰਦਾ ਉਲਟਾ। ਹੁੰਦਾ ਕੀ ਆ, ਸੁੱਖ ਮੰਗਤ ਦੁੱਖ ਆਗਲ ਹੋਏ। ਮਹਾਰਾਜ ਜੀ ਕਹਿਣ ਲੱਗੇ, ਦੇਖੋ ਇਹ ਬਾਬਾ ਨਾਨਕ ਜੀ ਪਿਤਾ ਜੀ ਦੇ ਬਚਨ ਆ ਵੀ ਬੰਦਾ ਆਰਾਮ ਮੰਗਦਾ, ਸੁੱਖ ਮੰਗਦਾ, ਪਰ ਦੁੱਖ ਵਧੀ ਜਾਂਦਾ। ਸਗਲ ਵਿਕਾਰੀ ਹਾਰ ਪਰੋਏ। ਦੇਖੋ
ਇਹ ਹੁੰਦਾ ਕੀ ਆ? ਕਿਉਂਕਿ ਬੰਦੇ ਨੇ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਆਪਣੇ ਗਲ 'ਚ ਪਾ ਲਿਆ। ਏਕ ਬਿਨਾ ਝੂਠੇ ਮੁਕਤ ਨਾ ਹੋਏ। ਇਹ ਕੂੜੇ ਬੰਦੇ, ਇਹ ਸਾਈਂ ਦੇ ਬਗੈਰ ਛੁਟਕਾਰਾ ਨਹੀਂ। ਕਰ ਕਰ ਕਰਤਾ ਦੇਖੈ ਸੋਏ। ਇਹ ਰੱਬ ਦੀ ਰਜਾ ਹੀ ਇਉਂ ਆ। ਕਰਤਾਰ ਸਾਰਾ ਕੁਝ ਕਰਕੇ ਆਪ ਹੀ ਇਹ ਖੇਡ ਨੂੰ ਦੇਖ ਰਿਹਾ। ਤ੍ਰਿਸ਼ਨਾ ਅਗਨ ਸਬਦ ਬੁਝਾਏ, ਦੂਜਾ ਭਰਮ ਸਹਿਜ ਸੁਭਾਏ। ਜਿਹੜਾ ਵੀ ਬੰਦਾ ਗੁਰੂ ਦੀ ਸ਼ਰਨ ਵਿੱਚ ਜੁੜ ਕੇ ਆਪਣੀ ਤ੍ਰਿਸ਼ਨਾ ਨੂੰ ਬੁਝਾ ਲੈਂਦਾ ਹੈ, ਉਹਨੂੰ ਸੱਚਾ ਸੁੱਖ ਮਿਲਦਾ। ਉਹਦੇ ਭਰਮ ਜਿਹੜੇ ਕਲ ਕਲੇਸ਼ ਸਾਰੇ ਦੂਰ ਹੋ ਜਾਂਦੇ। ਇਸ ਤਰ੍ਹਾਂ ਮਹਾਰਾਜ ਨੇ ਜਗ੍ਹਾ ਜਗ੍ਹਾ ਜਾ ਕਰ ਦੁਨੀਆ ਦੇ ਲੋਕਾਂ ਨੂੰ ਸੱਚ ਦੇ ਨਾਲ ਜੋੜਿਆ। ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਕਰਦੇ ਰਹੇ, ਬਾਬਾ ਨਾਨਕ ਜੀ। ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਤਾਂ ਕੀ ਕੀਤੀ ਜਾ ਸਕਦੀ ਹੈ ਸਾਧ ਸੰਗਤ ਜੀ। ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ, ਪਰ ਜਿਨ੍ਹਾਂ ਨੂੰ ਵੀ ਬਾਬਾ ਨਾਨਕ ਜੀ ਨੇ ਤਾਰ ਦਿੱਤਾ, ਉਹਨਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ। ਬੇਰੀ ਹੇਠ ਬੈਠੇ ਗੁਰੂ, ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ, ਰੀਠਾ ਮਿੱਠਾ ਹੋ ਜਾਮਦਾ। ਅੱਕ ਖਖੜੀਆਂ ਨੂੰ ਦੇਖ ਨਿਹਾਲ ਕੀਤਾ। ਅੰਬ ਅਨਾਰ ਮਰਦਾਨਾ ਤੋੜ ਤੋੜ ਖਾਮਦਾ। ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਮੇਰੇ ਸਤਿਗੁਰਾਂ। ਨਿੰਮ ਦੀਆਂ ਪੱਤੀਆਂ ਚੋਂ ਮਿੱਠਾ ਰਸ ਆਮਦਾ। ਜੱਟ ਤਾਰੇ ਭੱਟ ਤਾਰੇ, ਲੱਕੜੀ ਦੇ ਕੱਟ ਤਾਰੇ। ਤੂੰ ਵੀ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਤੂੰ ਵੀ ਤਰ ਜਾਵੇਂ ਮਨਾ ਸ਼ਰਨ ਕਿਉਂ ਨਹੀਂ ਆਮਦਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਸੰਸਾਰ ਨੂੰ ਤਾਰਿਆ। 4 ਉਦਾਸੀਆਂ ਕੀਤੀਆਂ। 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ। ਬਾਬਾ ਸ਼੍ਰੀ ਚੰਦ ਜੀ ਵੀ ਅਭਿਆਸ ਕਰਦੇ ਰਹੇ ਗੁਰੂ ਪਿਤਾ ਜੀ ਦੇ ਵਾਂਗ। ਉਹਨਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੇ ਰਹੇ। ਇਸ ਤਰ੍ਹਾਂ ਭਾਈ ਇਹ ਗੁਰੂ ਨਾਨਕ ਸਾਹਿਬ ਜੀ ਦੀ ਵੰਸ ਅੱਗੇ ਵਧੀ ਆ। ਬਹੁਤ ਸੁੰਦਰ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਸਮੇਂ ਵਿੱਚੋਂ ਸਮਾਂ ਕੱਢ ਕੇ ਆਏ ਹੋ। ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜੀ। ਗੁਰੂ ਸਾਹਿਬ ਮਿਹਰਾਂ ਕਰਨ, ਬੰਦਗੀ ਦੀ ਦਾਤ ਸਾਡੀ ਝੋਲੀ ਵਿੱਚ ਪਾਉਣ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਅਸੀਸ ਬਖਸ਼ਣੀ। ਆਓ ਜੀ ਕਿਰਪਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਹੈ ਵੀ ਕਿਰਪਾ ਕਰੋ ਮਹਾਰਾਜ। ਸਾਰੇ ਦੁਆਰੇ ਛੱਡ ਕੇ ਤੁਹਾਡੇ ਦੁਆਰੇ ਤੇ ਆਏ ਆ। ਸ਼ਰਨ ਪਿਆਂ ਦੀ ਤੁਸੀਂ ਲਾਜ ਰੱਖਦੇ ਹੋ। ਇਹ ਤੁਹਾਡਾ ਬਿਰਦ ਆ, ਇਹੀ ਤੁਹਾਡਾ ਸੁਭਾਅ ਹੈ। ਸਗਲ ਦਵਾਰ ਕੋ ਛਾੜ ਕੇ ਗਏ ਹੋ ਤੁਹਾਰੂ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਵਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।